सतनाम श्री वाहिगुरु साहिब जीओ। मैं मूर्ख की केतक बात है, कोट पराधी तरिया रे। गुरु नानक जिन सुनिया पेखिया, से फिर घर पास ना परया रे। ज्ञान त्यान किछ कर्म न जाना, सार ना जाना तेरी। सब ते वड्डा सतगुरु नानक, जिन कल राखी मेरी। सब ते वड्डा सतगुरु नानक, जिन कल राखी मेरी। जुगो जुगा टल चवर शद्र तख दे मालक, दसां पातशाहियां जी जोत। हाजिर नाजिर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी। गुरु सवारी गुरु की साजी साज के नवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन विरदियां कागर करके जुड़ करके बहन की कृपालता करिए। समय और सवासां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण कीती है, विचार इथों तक सी कि जिस वेले सतगुरु गुरु हरगोबिंद महाराज छेवें पातशाह मेरी पीरी दे मालिक कृपालू दयालु सतगुरु जी इधर करतारपुर की धरती ते विराजमान है। सतगुरु जी बख्शिश रहमत कर रहे ने ते इत्थे सतगुरु गुरु तेग बहादुर 9वें पातशाह सतगुरु जी ਉਹ ਹੁਣ ਵਿਆਹੁਣ ਦੇ ਕਾਬਲ ਹੋਏ ਨੇ, ਵੱਡੇ ਹੋਏ ਨੇ ਤੇ ਉਹਨਾਂ ਦੇ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਲਾਲ ਚੰਦ ਜੀ, ਉਹਨਾਂ ਦੀ ਪੁੱਤਰੀ ਗੁਜਰੀ ਜੀ ਤੇ ਇਹਨਾਂ ਦੀ ਪਤਨੀ ਲਾਲ ਚੰਦ ਦੀ ਵਿਸ਼ਨ ਕੌਰ, ਉਹਨਾਂ ਨੇ ਵਿਚਾਰ ਕੀਤੀ ਸੀ ਕਿ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਗੁਜਰੀ ਦਾ ਵਿਆਹ ਆਨੰਦ ਕਾਰਜ ਕਰ ਦਿੱਤਾ ਜਾਵੇ। सतगुरु जी की बख्शिश रहमत वरती, कहते शगन ला दिता गया सी काफ़ी लंबे समय तो पहला ते हुण कहते उन्हां लाल चंद जी वालों ये मैसेज सुनेहा सतगुरु जी के सन्मुख पहुंचे आ, बेनती पत्र पहुंचे आ कि सतगुरु जी साडी पुत्री गुजरी का विआह आनंद कारज हुण तेग बहादुर जी दे नाल कर दिता जावे। बड़ा लंबा समा हो गया जो कि शगन लाया नूं। इधरों भी तैयारियां कीतियां गईयां। सतगुरु ने वो बेनती प्रवान की, तैयारी की मुकम्मल। सारे रिश्तेदार साक संबंधी पुजन लगे ने करतारपुर की धरती ते। इधरों सतगुरु दा अनन प्यारा सेवक लाल चंद दी बरात दी आओ भगत करन वास्ते उन्हें भी बड़े सुचज्जे ढंग दे नाल तैयारियां करनियां शुरू कीतियां ने। सतगुरु जी की कृपा रहमत वरती, कहते थोड़े दिनों के विच करतारपुर धरती के उत्ते बड़ियां खुशियां का माहौल बन जाना कीता। सतगुरु की कृपा हुई। ये विचार आप संगत ने पहले भाग यूट्यूब के उत्ते चैनल के उत्ते आप संगत ने सरवण किया। विचार है जो भी कथा है ते हुण बरात दे रूप दे विच सारे रिश्तेदार साक संबंधी सतगुरु दे अनन प्यारे सेवक सज जाना कीते ने।
ਹੁਣ ਜਿਹੜਾ ਵਿਆਹ ਆਨੰਦ ਕਾਰਜ ਹੋਣਾ ਸ਼੍ਰੀ ਗੁਜਰੀ ਦੇ ਨਾਲ ਤੇਗ ਬਹਾਦਰ ਜੀ ਦਾ, ਉਹ ਕਹਿੰਦੇ ਕਰਤਾਰਪੁਰ ਦੀ ਧਰਤੀ ਤੇ ਲਾਲ ਚੰਦ ਜੀ ਦਾ ਘਰ ਹੈ, ਗ੍ਰਹਿ ਆ, ਤੇ ਇੱਥੇ ਹੀ ਸਤਿਗੁਰੂ ਜੀ ਰਹਿੰਦੇ ਆ। ਇਹ ਕਹਿ ਲੋ ਕਿ ਨਗਰ ਦੇ ਦੂਜੇ ਪਾਸੇ ਲਾਲ ਚੰਦ ਜੀ ਰਹਿੰਦੇ ਆ, ਤੇ ਨਗਰ ਦੇ ਪਹਿਲੇ ਪਾਸੇ ਸਤਿਗੁਰੂ ਜੀ ਆਪ ਖੁਦ ਵਿਰਾਜਮਾਨ ਹਨ। ਨਜ਼ਦੀਕ ਕੋਈ ਬਹੁਤੀ ਦੂਰੀ ਨਾ ਹੋਣ ਦੇ ਕਾਰਨ ਕਰਕੇ ਕਹਿੰਦੇ ਸਤਿਗੁਰੂ ਨੇ ਕੋਈ ਉਸ ਵਕਤ ਰੱਥਾਂ ਦਾ, ਘੋੜਿਆਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਉਸ ਬਰਾਤ ਵਾਸਤੇ। ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ ਪੈਦਲ ਹੀ ਸਾਰੀ ਬਰਾਤ ਤੁਰ ਕੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਭਾਈ ਲਾਲ ਚੰਦ ਦੇ ਗ੍ਰਹਿ ਵਿਖੇ ਪਹੁੰਚੇ ਨੇ। ਤੇ ਜਿਸ ਵੇਲੇ ਬਰਾਤ ਰਵਾਨਗੀ ਪ੍ਰਾਪਤ ਕੀਤੀ, ਇਧਰੋਂ ਸਤਿਗੁਰੂ ਦੇ ਸਥਾਨਾਂ ਤੋਂ ਪਹੁੰਚੀ ਲਾਲ ਚੰਦ ਦੇ ਗ੍ਰਹਿ ਵਿਖੇ। ਲਾਲ ਚੰਦ ਨੇ ਬੜੀ ਆਓ ਭਗਤ ਕੀਤੀ ਬਰਾਤ ਦੀ। ਸਤਿਗੁਰੂ ਗੁਰੂ ਤੇਗ ਬਹਾਦਰ 9ਵੇਂ ਪਾਤਸ਼ਾਹ ਸਤਿਗੁਰੂ ਜੀ 6ਵੇਂ ਪਾਤਸ਼ਾਹ ਜੀ ਦੇ ਪੁੱਤਰ, ਸਭ ਤੋਂ ਛੋਟੇ ਪੁੱਤਰ ਨੇ, ਤੇ ਉਹ ਲਾੜੇ ਦੇ ਰੂਪ ਦੇ ਵਿੱਚ ਸਜਣਾ ਕੀਤੇ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਵਰਦੀ ਹੈ। ਇੱਥੇ ਪਹੁੰਚਣਾ ਕੀਤੇ ਜਿੱਥੇ ਲਾਲ ਚੰਦ ਦੇ ਗ੍ਰਹਿ ਵਿਖੇ ਵੱਡੀਆਂ ਖੁਸ਼ੀਆਂ ਵਰਤ ਰਹੀਆਂ ਸਨ ਗੁਰੂ ਦੀ ਕਿਰਪਾ ਦੇ ਨਾਲ। ਜਿੱਥੇ ਲਾਲ ਚੰਦ ਜੀ ਆਪਣੇ ਨਗਰ ਦੇ ਮੋਹਤਵਾਰ ਲੋਕਾਂ ਦੇ ਨਾਲ, ਆਪਣੇ ਰਿਸ਼ਤੇਦਾਰ ਸਾਕ ਸੰਬੰਧੀਆਂ ਦੇ ਨਾਲ ਇਕੱਤਰ ਹੋ ਕੇ ਸਤਿਗੁਰ ਦੀ ਤੇ ਸਤਿਗੁਰ ਦੇ ਪੁੱਤਰ ਤੇਗ ਬਹਾਦਰ ਲਾੜੇ ਦੀ ਉਡੀਕ ਕਰ ਰਹੇ ਸਨ। ਵੱਡੇ ਇਕੱਠ ਦੇ ਵਿੱਚ ਬਰਾਤ, ਰਿਸ਼ਤੇਦਾਰ, ਸੰਬੰਧੀ ਜਿੰਨੇ ਵੀ ਸਨ ਉਹ ਬਰਾਤ ਦੇ ਰੂਪ ਦੇ ਵਿੱਚ ਸੱਜ ਕੇ ਪਹੁੰਚੇ ਆ। ਉਹਨਾਂ ਨੇ ਆਓ ਭਗਤ ਕੀਤੀ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਤੇ ਡੰਡਾਉਤ ਬੰਦਨ ਕੀਤੀ। ਕਹਿੰਦੇ ਭਾਈ ਲਾਲ ਚੰਦ ਜੀ ਨੇ ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਭਾਈ ਲਾਲ ਚੰਦ ਨੂੰ ਚੁੱਕਿਆ, ਆਪਣੇ ਸੀਨੇ ਨਾਲ ਲਾਇਆ। ਕਹਿਣ ਲੱਗੇ ਸਤਿਗੁਰੂ ਜੀ, ਕਹਿੰਦੇ ਭਾਈ ਲਾਲ ਚੰਦ ਜੀ, ਹੁਣ ਤੁਸੀਂ ਸਾਡੇ ਸੰਬੰਧੀ ਬਣ ਚੁੱਕੇ ਹੋ। ਕਦਾਚਿਤ ਵੀ ਇਦਾਂ ਦੀ ਵਿਚਾਰ ਨਾ ਕਰਿਓ ਕਿ ਇਸ ਰਿਸ਼ਤੇਦਾਰੀ ਨੂੰ, ਇਸ ਰਿਲੇਸ਼ਨਸ਼ਿਪ ਨੂੰ ਕਿਸੇ ਪ੍ਰਕਾਰ ਕੋਈ ਵੀ ਸੰਸਾਰ ਦੀ ਨਿਗਾਹ ਦੇ ਵਿੱਚ ਇਦਾਂ ਦੀ ਵਿਚਾਰ ਪ੍ਰਾਪਤ ਨਾ ਹੋਵੇ। ਉਸ ਵੇਲੇ ਭਾਈ ਲਾਲ ਚੰਦ ਨੇ ਸਤਿਗੁਰ ਦੇ ਸਨਮੁਖ ਬੇਨਤੀ ਕੀਤੀ, ਸਤਿਗੁਰ ਜੀ, ਭਾਵੇਂ ਸਾਡੇ ਵੱਡੇ ਕਰਮਾਂ ਦੇ ਨਾਲ ਤੁਹਾਡੇ ਨਾਲ ਰਿਸ਼ਤੇਦਾਰੀ ਬਣਨ ਜਾ ਰਹੀ ਹੈ, ਪਰ ਸਤਿਗੁਰ ਜੀ ਮੈਂ ਤੇ ਤੁਹਾਨੂੰ ਉਹੀ ਰੂਪ ਕਰਕੇ ਜਾਣਦਾ ਜਿਵੇਂ ਕਿ ਆਪ ਜੀ ਦਾ ਕੋਈ ਅਨੰਨ ਪਿਆਰਾ ਸਿੱਖ ਸੇਵਕ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਆਪ ਜੀ ਨੂੰ ਜਾਣਦਾ ਹੋਵੇ। ਅੱਜ ਵੀ ਤੁਸੀਂ ਮੇਰੇ ਹਿਰਦੇ ਵਿੱਚ ਉਸੇ ਤਰ੍ਹਾਂ ਹੀ ਆ, ਪਰ ਸਤਿਗੁਰੂ ਜੀ ਕਿਰਪਾ ਕਰਿਓ, ਚਰਨਾਂ ਨਾਲ ਜੋੜੀ ਰੱਖਿਓ। ਸਾਨੂੰ ਨਿਮਾਣਿਆਂ ਨੂੰ, ਨਿਥਾਣਿਆਂ ਨੂੰ, ਨਿਉਟਿਆਂ ਨੂੰ, ਨਿਆਸਰਿਆਂ ਨੂੰ ਚਰਨਾਂ ਦਾ ਆਸਰਾ ਪ੍ਰਾਪਤ ਰਵੇ, ਬਖਸ਼ਿਸ਼ ਕਰਿਓ। ਸਤਿਗੁਰੂ ਜੀ ਇਦਾਂ ਦੀ ਭਾਵਨਾ ਵੇਖ ਕੇ ਲਾਲ ਚੰਦ ਤੇ ਬੜੇ ਖੁਸ਼ ਹੋਏ, ਸੀਨੇ ਨਾਲ ਲਾ ਕੇ ਥਾਪੜਾ ਦਿੱਤਾ, ਤੇਰੇ ਤੇ ਬਖਸ਼ਿਸ਼ ਰਹਿਮਤ ਵਰਤੇਗੀ। ਉਸ ਵੇਲੇ ਕਹਿੰਦੇ ਮਿਲਣੀ ਦੀ ਵੀ ਰਸਮ ਕਰਨਾ ਕੀਤੀ। ਹੁਣ ਜਿੰਨੇ ਵੀ ਇਹਨਾਂ ਦੇ ਲਾਲ ਚੰਦ ਦੇ ਰਿਸ਼ਤੇਦਾਰ ਜੋ ਵੀ ਮੇਲ ਗਿਲ ਸਨ, ਸਾਰਿਆਂ ਨੇ ਦੇਖਿਆ ਬੜੇ ਸੁਚੱਜੇ ਰੂਪ ਦੇ ਵਿੱਚ ਬਰਾਤ ਸੱਜ ਕੇ ਸਤਿਗੁਰ ਦੇ ਸਥਾਨਾਂ ਤੋਂ ਇੱਧਰ ਲਾਲ ਚੰਦ ਦੇ ਗ੍ਰਹਿ ਤੱਕ ਪਹੁੰਚੀ ਹੈ। ਕਰਤਾਰਪੁਰ ਦੀ ਧਰਤੀ ਤੋਂ, ਕਰਤਾਰਪੁਰ ਦੀ ਧਰਤੀ ਦੇ ਦੂਜੇ ਪਾਸੇ ਉਹ ਬਰਾਤ ਪਹੁੰਚੀ ਹੈ। ਤੇ ਦੇਖਣ ਨੂੰ ਬੜਾ ਅਜਬ ਨਜ਼ਾਰਾ ਪ੍ਰਾਪਤ ਹੋ ਰਿਹਾ, ਆਨੰਦ ਪ੍ਰਾਪਤ ਹੋ ਰਿਹਾ, ਖੁਸ਼ੀਆਂ ਪ੍ਰਾਪਤ ਹੋ ਰਹੀਆਂ ਨੇ, ਸ਼ਹਿਨਾਈਆਂ ਵੱਜ ਰਹੀਆਂ ਨੇ, ਆਤਿਸ਼ਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ। ਉਸ ਵੇਲੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਸਤਿਗੁਰ ਦੇ ਤਿੰਨੋਂ ਸਾਹਿਬਜ਼ਾਦੇ ਨਾਲ ਹਨ, ਚੌਥੇ ਤੇਗ ਬਹਾਦਰ ਜੀ ਲਾੜੇ ਦੇ ਰੂਪ ਦੇ ਵਿੱਚ ਸਜੇ ਹੋਏ ਆ। ਬਾਬਾ ਗੁਰਦਿੱਤਾ ਜੀ, ਸੂਰਜ ਮੱਲ ਜੀ, ਅਣੀ ਰਾਏ ਜੀ,
ਇਹ ਤਿੰਨੋਂ ਸਾਹਿਬਜ਼ਾਦੇ, ਚੌਥੇ ਸਾਹਿਬਜ਼ਾਦੇ ਛੋਟੇ ਤੇਗ ਬਹਾਦਰ ਜੀ, ਛੇਵੇਂ ਪਾਤਸ਼ਾਹ ਜੀ ਦੇ। ਤੇ ਉਸ ਵੇਲੇ ਇਹਦਾ ਆਨੰਦ ਬਣਨਾ ਕੀਤਾ ਕਰਤਾਰਪੁਰ ਦੀ ਧਰਤੀ ਤੇ। ਬਖਸ਼ਿਸ਼ ਰਹਿਮਤ ਵਰਤਰੀ ਸਤਿਗੁਰ ਜੀ ਦੀ। ਤੇ ਬਾਅਦ ਵਿੱਚ ਜੋ ਵੀ ਰਸਮਾਂ ਰੀਤ ਰਿਵਾਜ ਕਰਕੇ ਲਾਲ ਚੰਦ ਨੇ ਬੜੇ ਸੁਚੱਜੇ ਢੰਗ ਦੇ ਨਾਲ ਬਰਾਤ ਨੂੰ ਇੱਕ ਵਧੀਆ ਖੁੱਲੇ ਅਸਥਾਨ ਤੇ ਪੰਡਾਲ ਲਾ ਕੇ ਉੱਥੇ ਵਿਰਾਜਮਾਨ ਕੀਤਾ। ਬਾਅਦ ਵਿੱਚ ਸਤਿਗੁਰੂ ਜੀ ਨੇ ਉਸ ਅਸਥਾਨ ਤੇ ਵਿਰਾਜਮਾਨ ਹੋਣਾ ਕੀਤਾ ਤੇ ਨਾਲ ਦੀਵਾਨ ਸਜਾਉਣਾ ਕੀਤੇ। ਥੋੜੇ ਸਮੇਂ ਉਪਰੰਤ ਭਾਈ ਲਾਲ ਚੰਦ ਨੇ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਬਰਾਤ ਨੂੰ ਆਪ ਬੇਨਤੀ ਕਰਨ ਵਾਸਤੇ ਆਏ ਨੇ। ਤੇ ਬਰਾਤ ਨੂੰ ਜਿਸ ਵੇਲੇ ਜਲ ਪਾਣੀ ਛਕਾਉਣ ਲੱਗੇ, ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਉੱਚੀ ਅਸਥਾਨ ਤੇ ਵਿਰਾਜਮਾਨ ਕਰਕੇ ਸੁੰਦਰ ਚੰਦਨ ਦੀ ਚੌਕੀ ਲਾ ਦਿੱਤੀ। ਵਧੀਆ ਸੁਚੱਜੇ ਢੰਗ ਦੇ ਨਾਲ ਥਾਲ ਪਰੋਸ ਕੇ ਲਿਆਂਦਾ, ਜਿਹਦੇ ਵਿੱਚ ਅਨੇਕ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਗਏ ਨੇ। ਰਸਦਾਇਕ, ਮਿੱਠੇ, ਖੱਟੇ, ਲੂਣੇ, ਅਨੇਕ ਪ੍ਰਕਾਰ ਦੇ ਗੁਰੂ ਪਿਆਰਿਓ ਦੇ ਵਿੱਚ ਸਵਾਦੀ ਰਸਦਾਇਕ 6 ਪ੍ਰਕਾਰ ਦੇ ਜਿਹੜੇ ਭੋਜਨ ਤਿਆਰ ਕੀਤੇ ਉਹ ਪਰੋਸ ਕੇ ਲਿਆਂਦੇ ਉਹ ਥਾਲ ਵਿੱਚ। ਤੇ ਸਤਿਗੁਰੂ ਜੀ ਦੀ ਕਿਰਪਾ ਹੋਈ। ਗੁਰੂ ਸਤਿਗੁਰੂ ਜੀ ਨੇ ਜਲ ਪਾਣੀ ਛਕਿਆ, ਸਾਰੀ ਬਰਾਤ ਨੇ ਛਕਿਆ, ਆਨੰਦ ਪ੍ਰਾਪਤ ਕੀਤਾ। ਅਕਾਲ ਪੁਰਖ ਪ੍ਰਮਾਤਮਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ, ਖੁਸ਼ੀਆਂ ਪ੍ਰਦਾਨ ਕੀਤੀਆਂ ਨੇ। ਬਾਅਦ ਵਿੱਚ ਜਲ ਪਾਣੀ ਛਕ ਕੇ ਆਨੰਦ ਕਾਰਜ ਦੀ ਰਸਮ ਕਰਨ ਦੀ ਵਿਚਾਰ ਕੀਤੀ ਹੈ। ਹੁਣ ਉਸ ਵੇਲੇ 4 ਲਾਵਾਂ ਦੇ ਜਾਪ ਕੀਤੇ, ਵਿਆਹ ਆਨੰਦ ਕਾਰਜ ਸੰਪੰਨ ਕਰਨ ਦੀ ਵਿਚਾਰ ਕੀਤੀ। ਜਿਹੜੀ ਲਾਲ ਚੰਦ ਦੀ ਲੜਕੀ ਗੁਜਰੀ ਹੈ ਉਹ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਨੌਂ ਦੇ ਰੂਪ ਦੇ ਵਿੱਚ ਸਵੀਕਾਰ ਹੋਏ ਨੇ। ਇਹ ਕਹਿ ਲਓ ਇੱਕ ਧੀ ਇੱਕ ਪੁੱਤਰੀ ਦੇ ਰੂਪ ਦੇ ਵਿੱਚ ਸਵੀਕਾਰ ਹੋਏ ਨੇ, ਪ੍ਰਾਪਤ ਹੋਏ ਨੇ। ਤੇਗ ਬਹਾਦਰ ਨੌਵੇਂ ਪਾਤਸ਼ਾਹ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਦਾਸੀ ਬਣਨਾ ਕੀਤੇ ਨੇ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਹੁਣ ਵਿਆਹ ਆਨੰਦ ਕਾਰਜੋਂ ਇਧਰੋਂ ਕਹਿੰਦੇ ਲਾਲ ਚੰਦ ਜੀ ਨੂੰ, ਬਿਸ਼ਨ ਕੌਰ ਜੀ ਨੂੰ, ਦੋਨੋਂ ਪਤੀ ਪਤਨੀ ਨੂੰ, ਉਹਨਾਂ ਦੇ ਰਿਸ਼ਤੇਦਾਰ, ਸਾਗ ਸੰਬੰਧੀ, ਨਗਰ ਦੇ ਹੋਰ ਮੋਹਤਵਾਰ ਲੋਕ ਵਧਾਈਆਂ ਦੇ ਰਹੇ ਨੇ ਕਿ ਭਾਈ ਗੁਰਸਿੱਖਾ ਤੈਨੂੰ ਵਧਾਈਆਂ ਹੋਵਣ। ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਤੇਰਾ ਰਿਸ਼ਤਾ ਨਾਤਾ ਕਹਿੰਦੇ ਸਤਿਗੁਰੂ ਗੁਰੂ ਨਾਨਕ ਦੇ ਦਰਕਰ ਦੇ ਨਾਲ ਜੁੜ ਜਾਣਾ ਕੀਤਾ ਤੇਰੇ ਬਹੁਤ ਵੱਡੇ ਕਰਮ ਨੇ, ਉੱਤਮ ਕਰਮ ਨੇ। ਧੀ ਪੁੱਤਰ ਜਵਾਨ ਹੋਏ ਕਹਿੰਦੇ ਵਿਆਹੁਣਾ ਤੇ ਹਰੇਕ ਨੇ ਹੈ, ਪਰ ਇਹ ਬਹੁਤ ਵੱਡੀ ਗੱਲ ਹੈ ਕਿ ਤੇਰਾ ਰਿਸ਼ਤਾ ਨਾਤਾ ਗੁਰੂ ਨਾਨਕ ਦੇ ਦਰਕਰ ਦੇ ਨਾਲ ਜੁੜ ਗਿਆ। ਸਤਿਗੁਰੂ ਦੀ ਕਿਰਪਾ ਹੋ ਗਈ। ਕਹਿੰਦੇ ਜਿਹੜਾ ਗੁਰੂ ਨਾਨਕ ਦੇ ਦਰਕਰ ਦੇ ਨਾਲ ਜੁੜ ਜਾਂਦਾ ਉਹਦੇ ਤੇ ਵਿਸ਼ੇਸ਼ ਤੌਰ ਤੇ ਸਤਿਗੁਰ ਦੀ ਕਿਰਪਾ ਰਹਿਮਤ ਵਰਤਣੀ ਸ਼ੁਰੂ ਹੋ ਜਾਂਦੀ ਹੈ। ਉਹ ਮਨੁੱਖ, ਭਾਵੇਂ ਮਨੁੱਖ ਹੈ ਭਾਵੇਂ ਕੋਈ ਵੀ ਵਸਤੂ ਹੈ, ਕਹਿੰਦੇ ਉਹਦੇ ਵਿਸ਼ੇਸ਼ ਤੌਰ ਤੇ ਬਖਸ਼ਿਸ਼ ਰਹਿਮਤ ਵਰਤ ਜਾਂਦੀ। ਜਿਹੜਾ ਵੀ ਸਤਿਗੁਰ ਦੇ ਦਰਕਰ ਦੇ ਨਾਲ ਜੁੜ ਜਾਂਦਾ, ਮੰਨ ਲਓ ਕੋਈ ਵੀ ਵਸਤੂ ਹੈ, ਜਿਸ ਵੇਲੇ ਗੁਰੂ ਨਾਨਕ ਦੇ ਦਰਕਰ ਦੇ ਨਾਲ ਉਹਦਾ ਰਿਲੇਸ਼ਨ ਬਣ ਜਾਂਦਾ ਤੇ ਵਿਸ਼ੇਸ਼ ਤੌਰ ਤੇ ਸਤਿਗੁਰ ਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ। ਕਹਿੰਦੇ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਰਹਿਮਤ ਹੁੰਦੀ ਹੈ, ਉਦਾਹਰਨ ਤੌਰ ਤੇ ਵਿਚਾਰ ਕਰੀਏ। ਕਹਿੰਦੇ ਜਿਸ ਵੇਲੇ ਦੁਕਾਨ ਤੇ ਪਿਆ ਕੱਪੜਾ ਹੁੰਦਾ ਤੇ ਕੱਪੜਾ ਕਹਿਲਾਇਆ ਜਾਂਦਾ, ਪਰ ਉਹੀ ਕੱਪੜਾ ਲਿਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਅੰਗਾਂ ਦੇ ਨਾਲ ਲਾ ਦਈਏ, ਉਹ ਕੱਪੜਾ ਨਹੀਂ ਰਹਿੰਦਾ। ਕਿਉਂ? ਕਿਉਂਕਿ ਗੁਰੂ ਨਾਨਕ ਦੇ ਦਰਕਰ ਦੇ ਨਾਲ ਜੁੜ ਚੁੱਕਿਆ, ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਬਣ ਚੁੱਕੀ ਹੈ। ਉਹ ਕੱਪੜਾ ਰੁਮਾਲਾ ਸਾਹਿਬ ਦੇ ਵਿੱਚ ਤਬਦੀਲ ਹੋ ਜਾਂਦਾ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋ ਜਾਂਦੀ। ਹੁਣ ਵਿਚਾਰ ਕਰਕੇ ਦੇਖੀ, ਜਿਹੜਾ ਵੀ ਗੁਰੂ ਨਾਨਕ ਦੇ ਦਰਕਰ ਦੇ ਨਾਲ ਜੁੜਦਾ, ਭਾਵੇਂ ਮਨੁੱਖ ਹੈ, ਇਸਤਰੀ ਹੈ,
ਬੱਚਾ ਬੱਚੀ ਹੈ, ਬਜ਼ੁਰਗ ਹੈ, ਕੋਈ ਵੀ ਹੈ, ਕੋਈ ਵਸਤੂ ਹੈ, ਉਹ ਜਦੋਂ ਗੁਰੂ ਨਾਨਕ ਦੇ ਦਰਕਾਰ ਦੇ ਨਾਲ ਜੁੜਦੇ ਨੇ, ਕਹਿੰਦੇ ਇੱਕ ਵੱਖਰੀ ਵਿਸ਼ੇਸ਼ਤਾ ਪ੍ਰਾਪਤ ਕਰਦੇ ਨੇ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋ ਜਾਂਦੀ ਹੈ। ਕੱਪੜਾ ਦੁਕਾਨ ਤੇ ਪਿਆ, ਥਾਨ ਵਿੱਚ ਰੱਖਿਆ, ਕਹਿੰਦੇ ਕੱਪੜਾ ਕਹਿਲਾਉਂਦਾ, ਉਹੀ ਕੱਪੜਾ ਕੱਟ ਕੇ ਰੁਮਾਲੇ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੂੰ ਪਹਿਨਾ ਦਿੱਤਾ ਜਾਵੇ, ਅੰਗੀਕਾਰ ਕਰਵਾ ਦਿੱਤਾ ਜਾਵੇ, ਤੇ ਕਹਿੰਦੇ ਉਹੀ ਕੱਪੜਾ ਨਹੀਂ, ਰੁਮਾਲਾ ਸਾਹਿਬ ਦੇ ਵਿੱਚ ਤਬਦੀਲ ਹੋ ਜਾਂਦਾ। ਜੇਕਰ ਘਰ ਦੇ ਵਿੱਚ ਕਦਾਚਿਤ ਵੀ ਸੰਸਾਰ ਦੇ ਵਿੱਚ ਆਮ ਤੌਰ ਤੇ ਦੇਖੀਦਾ, ਘਰ ਦੇ ਵਿੱਚ ਆਪਾਂ ਜਲ ਪਾਣੀ ਵਰਤਾਉਨੇ, ਛਕਨੇ ਆ, ਪ੍ਰਸ਼ਾਦਾ ਤਿਆਰ ਕਰਨੇ ਆ, ਘਰ ਦੇ ਵਿੱਚ ਕੋਈ ਮਨੁੱਖ ਪ੍ਰਸ਼ਾਦਾ ਨਹੀਂ ਕਹਿੰਦਾ, ਬਹੁਤੇ ਤੇ ਪ੍ਰਸ਼ਾਦੇ ਨੂੰ ਰੋਟੀ ਕਹਿੰਦੇ ਨੇ ਤੇ ਪਾਣੀ ਨੂੰ ਪਾਣੀ ਕਹਿੰਦੇ ਨੇ। ਪਰ ਜਿਸ ਵੇਲੇ ਗੁਰੂ ਨਾਨਕ ਦੇ ਦਰ ਕਰ ਵਿਖੇ ਉਹੀ ਲੰਗਰ ਦੇ ਵਿੱਚ ਪ੍ਰਸ਼ਾਦਾ ਵਰਤਾਇਆ ਜਾਵੇ ਤਾਂ ਉਹਦੇ ਵਿਸ਼ੇਸ਼ ਤੌਰ ਤੇ ਪ੍ਰਾਪਤੀ ਹੋ ਜਾਂਦੀ, ਪ੍ਰਸ਼ਾਦਾ ਕਹਿ ਲੈਂਦਾ। ਪਾਣੀ ਤੋਂ ਜਲ ਤਬਦੀਲ ਹੋ ਜਾਂਦਾ, ਸਤਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ। ਕੋਈ ਮਨੁੱਖ ਗੁਰੂ ਨਾਨਕ ਦੇ ਦਰਕਾਰ ਦੇ ਨਾਲ ਜੁੜ ਜਾਂਦਾ, ਮਨੁੱਖ ਤੇ ਮਨੁੱਖ ਰਹਿੰਦਾ, ਪਰ ਜਦੋਂ ਸਤਿਗੁਰ ਦੇ ਚਰਨਾਂ ਨਾਲ ਜੁੜਿਆ ਜਾਂਦਾ ਏ, ਮਨੁੱਖ ਤੋਂ ਗੁਰਮੁਖ ਬਣ ਜਾਂਦਾ, ਗੁਰੂ ਦਾ ਸੇਵਕ ਬਣ ਜਾਂਦਾ, ਸ਼ਰਧਾਵਾਨ ਭਾਵਨਾਵਾਨ ਬਣ ਜਾਂਦਾ, ਸਤਿਗੁਰ ਦੀ ਅਪਾਰ ਬਖਸ਼ਿਸ਼ ਹੋ ਜਾਂਦੀ। ਭਾਵ ਕਹਿਣ ਦਾ ਇਹ ਹੈ, ਹੁਣ ਨਗਰ ਦੇ ਲੋਕ ਭਾਈ ਲਾਲ ਚੰਦ ਨੂੰ ਵਧਾਈਆਂ ਦਿੰਦੇ ਨੇ ਕਿ ਭਾਈ ਸਿੱਖਾ ਤੇਰੇ ਤੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਵਰਦੀ ਹੈ। ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਤੂੰ ਸਤਿਗੁਰੂ ਨਾਨਕ ਦੇ ਦਰਕਾਰ ਦੇ ਨਾਲ ਜੁੜਿਆ ਵਿਸ਼ੇਸ਼ ਤੌਰ ਤੇ। ਹੁਣ ਜਿਹੜਾ ਗੁਰੂ ਨਾਨਕ ਦੇ ਦਰਕਾਰ ਦੇ ਨਾਲ ਜੁੜ ਜਾਂਦਾ, ਉਹਦੇ ਤੇ ਸਤਿਗੁਰ ਦੀ ਅਪਾਰ ਬਖਸ਼ਿਸ਼ ਰਹਿਮਤ ਵੱਖਰੇ ਤੌਰ ਤੇ ਵਰਤਣੀ ਸ਼ੁਰੂ ਹੋ ਜਾਂਦੀ, ਸਤਿਗੁਰ ਦੀ ਕਿਰਪਾ ਹੋ ਜਾਂਦੀ। ਇਦਾਂ ਕਰਕੇ ਨਗਰ ਦੇ ਲੋਕ, ਇਹਦੇ ਰਿਸ਼ਤੇਦਾਰ ਸਾਰੇ ਨੂੰ ਵਧਾਈਆਂ ਦਿੰਦੇ ਨੇ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਵਰਤ ਰਹੀ ਹੈ। ਉਸ ਵੇਲੇ ਕਹਿੰਦੇ ਇਦਾਂ ਦਾ ਮਾਹੌਲ ਬਣਨਾ ਕੀਤਾ, ਇਦਾਂ ਦਾ ਸਮਾਂ ਪ੍ਰਾਪਤ ਹੋਇਆ ਤੇ ਕਹਿੰਦੇ ਆਨੰਦ ਕਾਰਜ ਕੀਤੇ, ਬਰਾਤ ਨੇ ਸਾਰੀ ਨੇ ਜਲ ਪਾਣੀ ਛਕਿਆ, ਉੱਥੋਂ ਦੀਆਂ ਜੋ ਰੀਤ ਰਿਵਾਜ ਅਨੁਸਾਰ ਉਹ ਸਭ ਕੁਝ ਕਰਨਾ ਕੀਤਾ। ਆਖਰਕਾਰ ਜਦੋਂ ਵਿਆਹ ਆਨੰਦ ਕਾਰਜ ਸੰਪੰਨ ਹੋਏ ਨੇ, ਸਾਰੀ ਬਰਾਤ ਕਹਿੰਦੇ ਪੂਰਨ ਸ਼ਗਨ ਵਿਹਾਰ ਕਰਦੇ ਸਤਿਗੁਰੂ ਜੀ ਦੇ ਸਮੇਤ ਵਾਪਸ ਉਸ ਅਸਥਾਨ ਤੇ ਪਹੁੰਚੇ ਜਿੱਥੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦਾ ਅਸਥਾਨ ਹੈ, ਕਰਤਾਰਪੁਰ ਦੀ ਧਰਤੀ ਤੇ। ਉਸ ਵੇਲੇ ਸ਼ਾਮ ਨੂੰ ਡੋਲਾ ਵਾਪਸ ਆਇਆ ਇਧਰ ਸਤਿਗੁਰੂ ਦੇ ਅਸਥਾਨਾਂ ਤੇ। ਸਤਿਕਾਰਯੋਗ ਵੱਡੇ ਭਾਗਾਂ ਵਾਲੇ ਮਾਤਾ ਨਾਨਕੀ ਜੀ, ਤੇਗ ਬਹਾਦਰ ਮਹਾਰਾਜ ਦੇ ਨਾਨਕੀ ਜੀ ਮਾਤਾ ਜੀ, ਉਹਨਾਂ ਨੇ ਸੁਭਾਗ ਭਰੀ ਜੋੜੀ ਦੇ ਉੱਤੋਂ ਦੀ ਜਲ ਵਰਤਾ ਕੇ ਗੁਰੂ ਪਿਆਰਿਓ ਛਕਣਾ ਕੀਤਾ, ਹੋਰ ਰੀਤ ਰਿਵਾਜ ਕੀਤੇ ਨੇ। ਸਤਿਗੁਰ ਦੇ ਗ੍ਰਹਿ ਵਿਖੇ ਡੋਲੇ ਨੇ, ਲਾੜੇ ਸਮੇਤ ਬਾਕੀ ਬਰਾਤ ਸਮੇਤ ਕਹਿੰਦੇ ਪ੍ਰਵੇਸ਼ ਕੀਤਾ ਤੇ ਇਧਰੋਂ ਸਤਿਕਾਰਯੋਗ ਮਾਤਾ ਨਾਨਕੀ ਜੀ ਨੂੰ ਬੇਅੰਤ ਵਧਾਈਆਂ ਦੇ ਰਹੇ ਨੇ, ਖੁਸ਼ੀਆਂ ਹੋ ਰਹੀਆਂ ਨੇ। ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਵਰਤ ਰਹੀ ਹੈ। ਇਹ ਕਰਤਾਰਪੁਰ ਦੀ ਧਰਤੀ ਤੇ ਇਦਾਂ ਆਨੰਦ ਬਣਿਆ ਤੇ ਕਹਿੰਦੇ ਜਿਸ ਵੇਲੇ ਇਹ ਬਖਸ਼ਿਸ਼ ਰਹਿਮਤ ਵਰਦੀ ਹੈ, ਪੂਰਨ ਤੌਰ ਤੇ ਸ਼ਗਨ ਵਿਹਾਰ ਹੋਣਾ ਕੀਤੇ ਨੇ। ਸਤਿਗੁਰੂ ਜੀ ਦੀ ਕਿਰਪਾ ਵਰਦੀ। ਗਰੀਬ ਲੋਕ ਹੈ ਨਾ ਜਿਹੜੇ, ਉਹ ਇਧਰ ਸਤਿਗੁਰੂ ਜੀ ਨੂੰ ਵਧਾਈਆਂ ਦਿੰਦੇ, ਮਾਤਾ ਨਾਨਕੀ ਜੀ ਨੂੰ ਵਧਾਈਆਂ ਦਿੰਦੇ ਨੇ ਤੇ ਵਧਾਈਆਂ ਦੇ ਕੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਥਾ ਅਨੁਸਾਰ ਜੋ ਵੀ ਮਾਇਆ ਭੇਟਾ ਏ ਉਹ ਪ੍ਰਾਪਤ ਕਰਦੇ ਨੇ। ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਵਰਤਣੀ ਸ਼ੁਰੂ ਹੋਈ, ਸਮਾਂ ਬਤੀਤ ਹੁੰਦਾ ਗਿਆ। ਜਿੰਨੇ ਵੀ ਰਿਸ਼ਤੇਦਾਰ ਸਾਕ ਸੰਬੰਧੀ ਸਨ, ਕਹਿੰਦੇ ਉਹ ਵਾਪਸ ਆਪੋ ਆਪਣੇ ਘਰਾਂ ਨੂੰ ਮੁੜਨ ਲੱਗੇ ਨੇ। ਸਾਰੇ ਰੀਤ ਰਿਵਾਜ ਸ਼ਗਨ ਵਿਹਾਰ ਸਮਾਪਤ ਹੋਣ ਤੋਂ ਉਪਰੰਤ ਉਹ ਹੌਲੀ ਹੌਲੀ ਆਪੋ ਆਪਣੇ ਘਰਾਂ ਨੂੰ, ਨਗਰਾਂ ਨੂੰ, ਅਸਥਾਨਾਂ ਨੂੰ ਵਾਪਸ ਆਉਣ ਲੱਗੇ। ਇਧਰ ਕਹਿੰਦੇ ਭਾਈ ਜੋਧ ਰਾਏ ਜੀ ਕਾਂਗੜ ਨਗਰ ਤੋਂ ਆਏ ਸਨ, ਉਹ ਵੀ ਵਾਪਸ ਚੱਲੇ ਨੇ। ਭਾਈ
ਸਾਧੂ ਜੀ ਰੂਪਚੰਦ ਜੀ ਇੱਧਰ ਭਾਈ ਰੂਪੇ ਨਗਰ ਤੋਂ ਆਏ ਨੇ, ਇਹ ਵੀ ਵਾਪਸ ਚੱਲੇ ਨੇ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਹੋਰ ਬੇਅੰਤ ਜਿਹੜੇ ਸਤਿਗੁਰ ਦੇ ਪਰਿਵਾਰ ਦੇ ਸਨ, ਕਹਿੰਦੇ ਉਹ ਵੀ ਸਾਰੇ ਜਿੰਨੇ ਵੀ ਰਿਸ਼ਤੇ ਨਾਤੇ ਨੇ, ਜਿੰਨੇ ਵੀ ਸਾਗ ਸੰਬੰਧੀ ਨੇ, ਗੁਰੂ ਦੇ ਅਨੰਨ ਪਿਆਰੇ ਸਿੱਖ ਸੇਵਕ ਨੇ, ਜਿਹੜੇ ਭਾਵਨਾ ਸਹਿਤ ਸਤਿਗੁਰ ਦੇ ਸਨਮੁਖ ਇਸ ਕਾਰਜ ਦੇ ਸੰਬੰਧ ਵਿੱਚ ਆਏ ਸਨ, ਹੌਲੀ ਹੌਲੀ ਕਹਿੰਦੇ ਸਾਰੇ ਵਾਪਸ ਜਾਣੇ ਸ਼ੁਰੂ ਹੋ ਗਏ ਨੇ। ਤੇ ਸਮਾਂ ਬਤੀਤ ਹੁੰਦਾ ਗਿਆ। ਇੱਕ ਤੇ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋਈ। ਗੁਰੂ ਤੇਗ ਬਹਾਦਰ ਮਹਾਰਾਜ ਦੇ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਇਹ ਖੁਸ਼ੀਆਂ ਦਾ ਸਮਾਂ ਬਣਿਆ। ਸਮਾਂ ਬਤੀਤ ਹੁੰਦਾ ਗਿਆ ਤੇ ਦੂਜੇ ਨੰਬਰ ਤੇ ਸਿੱਖਾਂ ਦੇ ਮਨ ਵਿੱਚ ਜਿਉਂ-ਜਿਉਂ ਸਤਿਗੁਰੂ ਜੀ ਦੀ ਵਡਿਆਈ ਮਹਿਮਾ ਸਰਵਣ ਕਰਦੇ ਤਿਉਂ-ਤਿਉਂ ਹਿਰਦੇ ਵਿੱਚ ਚਾਉ ਉਤਪੰਨ ਹੁੰਦਾ ਗੁਰੂ ਜੀ ਦੇ ਦਰਸ਼ਨ ਕਰਨ ਦਾ। ਹਿਰਦੇ ਵਿੱਚ ਭਾਵਨਾ ਪ੍ਰਗਟ ਹੋ ਰਹੀ ਹੈ ਕਿ ਸਤਿਗੁਰ ਦੇ ਦਰਸ਼ਨ ਕਰੀਏ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਪ੍ਰਾਪਤ ਕਰੀਏ। ਉਹ ਜਿੰਨੇ ਵੀ ਲੋਕ ਨੇ ਜਿਹੜੇ ਆਨੰਦ ਕਾਰਜ ਵਿਆਹ ਸਮੇਂ ਨਹੀਂ ਪਹੁੰਚੇ, ਉਹ ਸਤਿਗੁਰ ਦੇ ਦਰਸ਼ਨ ਕਰਨ ਵਾਸਤੇ ਮਨ ਵਿੱਚ ਭਾਵਨਾ ਲੈ ਕੇ ਸ਼ਰਧਾ ਅਨੁਸਾਰ ਸਤਿਗੁਰ ਦੇ ਸਨਮੁਖ ਪਹੁੰਚਦੇ ਨੇ। ਬਾਅਦ ਵਿੱਚ ਸਤਿਗੁਰ ਦੇ ਸਨਮੁਖ ਪਹੁੰਚ ਕੇ ਸਤਿਗੁਰ ਦੇ ਨਾਲੇ ਤੇ ਦਰਸ਼ਨ ਕਰਦੇ ਆ, ਨਾਲੇ ਸਤਿਗੁਰੂ ਜੀ ਤੋਂ ਸ਼ੁਭ ਉਪਦੇਸ਼ ਦੀ ਪ੍ਰਾਪਤੀ ਕਰਦੇ ਆ, ਤੇ ਨਾਲ ਹੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਬੇਅੰਤ ਵਧਾਈਆਂ ਦਿੰਦੇ ਪਏ ਨੇ। ਇਦਾਂ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਵਰਤੀ ਹੈ। ਉਸ ਵੇਲੇ ਇਦਾਂ ਸਮਾਂ ਬਤੀਤ ਹੁੰਦਾ ਗਿਆ। ਕਹਿੰਦੇ ਨਜ਼ਦੀਕ ਦੀਵਾਲੀ ਦਾ ਤਿਉਹਾਰ ਵੀ ਆਇਆ ਤੇ ਇਧਰੋਂ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਜਿੰਨੀਆਂ ਤਿਆਰੀਆਂ ਕੀਤੀਆਂ ਉਹਨਾਂ ਤੋਂ ਵਿਹਲੇ ਹੋਏ ਨੇ। ਤੇ ਥੋੜੇ ਸਮੇਂ ਉਪਰੰਤ ਕਹਿੰਦੇ ਦੀਵਾਲੀ ਦਾ ਸਮਾਂ ਵੀ ਨਜ਼ਦੀਕ ਆ ਗਿਆ, ਤਿਉਹਾਰ। ਤੇ ਉਸ ਵੇਲੇ ਕਹਿੰਦੇ ਦੀਵਾਲੀ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕੀਤੀਆਂ ਕਰਤਾਰਪੁਰ ਦੀ ਧਰਤੀ ਤੇ। ਹੁਣ ਸਿੱਖ ਸੰਗਤ ਉਸ ਕਰਤਾਰਪੁਰ ਦੀ ਧਰਤੀ ਤੋਂ ਦੂਰੋਂ ਦੂਰੋਂ ਚੱਲ ਕੇ ਸਤਿਗੁਰ ਦੇ ਸਨਮੁਖ ਪਹੁੰਚ ਰਹੇ ਨੇ। ਆਪੋ ਆਪਣੀ ਭਾਵਨਾ ਸਹਿਤ ਜਥਾ ਅਨੁਸਾਰ ਭੇਟਾਵਾਂ ਸਤਿਗੁਰ ਦੇ ਸਨਮੁਖ ਲੈ ਕੇ ਆ ਰਿਹਾ। ਆਪਣੀ ਪਹੁੰਚ ਤੋਂ ਥੋੜਾ ਉੱਚਾ ਉੱਠ ਕੇ ਸਤਿਗੁਰ ਦੇ ਸਨਮੁਖ ਮਹਿੰਗੀ ਤੋਂ ਮਹਿੰਗੀ ਵਸਤੂ ਅਰਪਣ ਕਰਨਾ ਚਾਹੁੰਦਾ ਹਰੇਕ ਮਨੁੱਖ ਕਿ ਸਤਿਗੁਰ ਦੀ ਸਾਨੂੰ ਬਖਸ਼ਿਸ਼ ਰਹਿਮਤ ਪ੍ਰਾਪਤ ਹੋਵੇ, ਪ੍ਰਸੰਨਤਾ ਪ੍ਰਾਪਤ ਹੋਵੇ। ਸੰਬੰਧ ਦੇ ਵਿੱਚ ਲੋਕ ਦੂਰੋਂ ਦੂਰੋਂ ਵਹੀਰਾਂ ਕੱਤਦੇ ਸਤਿਗੁਰ ਦੇ ਸਨਮੁਖ ਪਹੁੰਚ ਰਹੇ ਨੇ। ਹਰੇਕ ਦੇ ਹਿਰਦੇ ਵਿੱਚ ਸਤਿਗੁਰ ਦੇ ਪ੍ਰਤੀ ਪ੍ਰੇਮ ਹੈ, ਭਾਵਨਾ ਹੈ, ਸ਼ਰਧਾ ਹੈ। ਤੇ ਸਤਿਗੁਰੂ ਜੀ ਵੀ ਫਿਰ ਕਿਸੇ ਪ੍ਰਕਾਰ ਕੋਈ ਊਣਤਾ ਹੀ ਨਹੀਂ ਰਹਿਣ ਦਿੰਦੇ। ਸਤਿਗੁਰੂ ਜੀ ਆਪਣੇ ਸੇਵਕਾਂ ਦੀ, ਆਪਣੇ ਪਿਆਰਿਆਂ ਦੀ ਭਾਵਨਾ ਸੰਪੰਨ ਕਰਨਾ ਚਾਹੁੰਦੇ ਨੇ। ਉਸ ਵੇਲੇ ਇਦਾਂ ਕਹਿੰਦੇ ਕਰਤਾਰਪੁਰ ਦੀ ਧਰਤੀ ਤੇ ਦੀਵਾਲੀ ਦੇ ਤਿਉਹਾਰ ਦੇ ਸੰਬੰਧ ਵਿੱਚ ਤਿਆਰੀਆਂ ਕੀਤੀਆਂ ਗਈਆਂ। ਸਤਿਗੁਰ ਦੇ ਸਿੱਖ ਸੇਵਕ ਦੂਰੋਂ ਦੂਰੋਂ ਪਹੁੰਚ ਰਹੇ ਨੇ, ਉਪਹਾਰ ਭੇਟਾਵਾਂ ਲੈ ਕੇ ਆ ਰਹੇ ਨੇ। ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ। ਕਹਿੰਦੇ ਵੱਡੇ ਪੱਧਰ ਦੇ ਉੱਤੇ ਜਲ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ, ਰੋਜ਼ਾਨਾ ਸੰਗਤਾਂ ਛਕਦੀਆਂ ਨੇ। ਲੋੜਵੰਦ ਮਨੁੱਖ, ਭੁੱਖੇ ਮਨੁੱਖ ਗੁਰੂ ਨਾਨਕ ਦੇ ਦਰਕਾਰ ਤੋਂ ਜਲ ਪਾਣੀ ਪ੍ਰਸ਼ਾਦਾ ਪਾਣੀ ਛਕ ਕੇ ਤ੍ਰਿਪਤ ਹੋ ਰਹੇ ਨੇ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ। ਤੇ ਕਹਿੰਦੇ ਇਦਾਂ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਵਰਤਣਾ ਸ਼ੁਰੂ ਹੋਈ ਹੈ। ਇੱਧਰ ਸਤਿਗੁਰੂ ਜੀ ਦੀਵਾਨ ਲਗਾ ਕੇ ਸਜਾ ਕਰਕੇ ਬਿਰਾਜਮਾਨ ਹੁੰਦੇ ਵੱਡੇ ਤਖਤ ਦੇ ਉੱਤੇ। ਸਤਿਗੁਰੂ ਜੀ ਦੀ ਕਿਰਪਾ ਵਰਤਣੀ ਸ਼ੁਰੂ ਹੋਈ। ਹੌਲੀ ਹੌਲੀ ਸੰਗਤਾਂ ਇਕੱਤਰ ਹੋਣੀਆਂ ਸ਼ੁਰੂ ਹੋਈਆਂ। ਦੁਬਾਰਾ ਫਿਰ ਉਸੇ ਤਰ੍ਹਾਂ ਇੱਕ ਖੁਸ਼ੀ ਦਾ ਮਾਹੌਲ ਬਣ ਜਾਣਾ ਕੀਤਾ। ਦੀਵਾਲੀ ਦੇ ਤਿਉਹਾਰ ਦੇ ਸੰਬੰਧ ਵਿੱਚ ਗੁਰਬਾਣੀ ਦੇ ਬੇਅੰਤ ਅਥਾਹ ਪ੍ਰਵਾਹ ਚੱਲ ਰਹੇ ਨੇ। ਵੱਡੇ ਪੱਧਰ ਦੇ ਉੱਤੇ ਸੰਗਤਾਂ ਦਾ ਵੱਡਾ ਇਕੱਠ ਬਣਨਾ ਸ਼ੁਰੂ ਹੋਇਆ। ਹੁਣ ਇਹ ਤੇ ਸੁਭਾਵਿਕ ਗੱਲ ਹੈ, ਜਿੱਥੇ ਸਤਿਗੁਰ ਜੀ ਵਿਰਾਜਮਾਨ ਹੁੰਦੇ ਨੇ, ਸਿੱਖਾਂ ਦੀ ਭਾਵਨਾ ਇਦਾਂ ਦੀ ਸਤਿਗੁਰ ਦੇ ਪ੍ਰਤੀ, ਕਹਿੰਦੇ ਉਧਰ ਵੱਲ ਸਿੱਖ ਸੰਗਤ ਆਪੋ ਆਪ ਆਟੋਮੈਟਿਕਲੀ ਖਿੱਚੇ ਆਉਂਦੇ ਨੇ।
ਜਿਵੇਂ ਕਹਿੰਦੇ ਮਿੱਟੀ ਦੇ ਵਿੱਚ ਲੋਹੇ ਦੇ ਕਣ ਖਿਲਰੇ ਹੁੰਦੇ ਨੇ, ਮਿੱਟੀ ਵਿੱਚ ਰੱਲੇ ਹੁੰਦੇ ਨੇ, ਪਰ ਜਿਸ ਵੇਲੇ ਕੋਲ ਦੀ ਚੁੰਬਕ ਗੁਜਰਦਾ ਲੰਘਦਾ ਏ ਤੇ ਚੁੰਬਕ ਦੀ ਰੂਹਾਨੀਅਤ ਦੀ ਚੁੰਬਕ ਉਹਦੇ ਵਿੱਚ ਇੰਨੀ ਕੁ ਹੁੰਦੀ ਹੈ ਤੇ ਚੁੰਬਕ ਉਸ ਲੋਹੇ ਦੇ ਕਣ ਮਿੱਟੀ ਵਿੱਚ ਪਿਆ ਨੂੰ ਵੀ, ਰਲਿਆਂ ਹੋਇਆਂ ਨੂੰ, ਗੁਪਤੋ ਗੁਪਤੀ ਹੋਇਆਂ ਨੂੰ ਵੀ ਕਹਿੰਦੇ ਬਾਹਰ ਕੱਢ ਦਿੰਦਾ। ਉਹ ਚੁੰਬਕ ਦੇ ਨਾਲ ਉਹ ਲੋਹੇ ਦੇ ਕਣ ਚੁੰਬੜ ਜਾਂਦੇ ਨੇ। ਇਸੇ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਉਸ ਚੁੰਬਕ ਦੀ ਤਰ੍ਹਾਂ ਖਿੱਚ ਪਾਉਂਦੇ ਨੇ ਸਿੱਖਾਂ ਦੇ ਹਿਰਦੇ ਵਿੱਚ ਭਾਵਨਾ ਦੀ। ਤੇ ਜਿਸ ਵੇਲੇ ਸਤਿਗੁਰੂ ਜੀ ਜਿੱਥੇ ਵਿਰਾਜਮਾਨ ਹੁੰਦੇ ਨੇ ਉੱਥੇ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਵਰਤਾਉਂਦੇ ਤੇ ਸਿੱਖ ਸੰਗਤ ਆਟੋਮੈਟਿਕਲੀ ਸਤਿਗੁਰ ਦੇ ਚਰਨਾਂ ਦੀ ਚੁੰਬਕ ਦੀ ਖਿੱਚ ਦੇ ਨਾਲ ਸਤਿਗੁਰ ਦੇ ਸਨਮੁਖ ਪ੍ਰੇਰਿਤ ਹੋਏ ਸਤਿਗੁਰ ਦੇ ਸਨਮੁਖ ਆਉਂਦੇ ਨੇ ਦੌੜੇ ਹੋਏ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਪ੍ਰਾਪਤ ਕਰਦੇ। ਇਦਾਂ ਦੀਵਾਨ ਸਜਣੇ ਸ਼ੁਰੂ ਹੋਏ, ਵੱਡੇ ਪੱਧਰ ਦੇ ਉੱਤੇ ਸੰਗਤਾਂ ਇਕੱਤਰ ਹੋਣੀਆਂ ਸ਼ੁਰੂ ਹੋਈਆਂ। ਦੂਰੋਂ ਦੂਰੋਂ ਵਹੀਰਾਂ ਕੱਤ ਦੇ ਸਿੱਖ ਸੰਗਤ ਸਤਿਗੁਰ ਦੇ ਆਉਣ ਲੱਗੇ ਨੇ। ਤੇ ਕਹਿੰਦੇ ਉਹ ਦੀਵਾਲੀ ਦਾ ਤਿਉਹਾਰ ਆਇਆ ਜਿੱਥੇ ਦੇਸੀ ਘਿਓ ਦੇ ਦੀਵੇ ਜਗਾਏ ਗਏ, ਵੱਡੇ ਪੱਧਰ ਤੇ ਆਤਿਸ਼ਬਾਜ਼ੀਆਂ ਕੀਤੀਆਂ ਗਈਆਂ। ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਹੋਈ ਹੈ। ਵੱਡੇ ਪੱਧਰ ਤੇ ਇੱਕ ਦੂਜੇ ਨੂੰ ਗੁਰੂ ਦੇ ਸਿੱਖ ਸੰਗਤ, ਗੁਰੂ ਦੇ ਅਨੰਨ ਪਿਆਰੇ ਸਿੱਖ ਸੇਵਕ ਵਧਾਈਆਂ ਦੇ ਰਹੇ ਨੇ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਵਰਤੀ ਹੈ। ਉਸ ਵੇਲੇ ਸਮਾਂ ਬਤੀਤ ਹੁੰਦਾ ਗਿਆ, ਕਹਿੰਦੇ ਦੀਵਾਲੀ ਦਾ ਤਿਉਹਾਰ ਵੀ ਬਤੀਤ ਹੋ ਗਿਆ। ਬਾਅਦ ਵਿੱਚ ਸਮਾਂ ਬਤੀਤ ਹੁੰਦਾ ਗਿਆ, ਵਿਸਾਖੀ ਦੇ ਸੰਬੰਧ ਵਿੱਚ ਵੀ ਕਹਿੰਦੇ ਉੱਥੇ ਸੰਗਤਾਂ ਜੁੜਨੀਆਂ ਸ਼ੁਰੂ ਹੋ ਗਈਆਂ। ਇਹ ਕਹਿ ਲਈ ਕਿ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਕਿਰਪਾਲੂ ਦਿਆਲੂ ਸਤਿਗੁਰੂ ਜੀ ਨੂੰ ਕਰਤਾਰਪੁਰ ਦੀ ਧਰਤੀ ਤੇ ਵਿਰਾਜਮਾਨ ਹੋਇਆਂ ਕਾਫੀ ਲੰਮਾ ਸਮਾਂ ਬਤੀਤ ਹੋਇਆ। ਬਹੁਤ ਸਮੇਂ ਤੋਂ ਸਤਿਗੁਰੂ ਜੀ ਉੱਥੇ ਵਿਰਾਜਮਾਨ ਰਹੇ, ਸੰਗਤਾਂ ਦੇ ਉੱਤੇ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦੇ ਰਹੇ। ਹੁਣ ਵਿਸਾਖੀ ਦੇ ਸੰਬੰਧ ਵਿੱਚ ਵੀ ਉੱਥੇ ਵੱਡੇ ਪੱਧਰ ਤੇ ਮੇਲਾ ਸੱਜਣਾ ਕੀਤਾ, ਵੱਡੇ ਪੱਧਰ ਤੇ ਸੰਗਤਾਂ ਇਕੱਤਰ ਹੋਣੀਆਂ ਸ਼ੁਰੂ ਹੋਈਆਂ। ਜੋ ਵੀ ਸਤਿਗੁਰ ਦੇ ਸਨਮੁਖ ਆਉਂਦਾ ਏ ਭਾਵਨਾ ਸਹਿਤ, ਉਹ ਭਾਵਨਾ ਪੂਰੀ ਕਰਕੇ, ਸ਼ਰਧਾ ਪੂਰੀ ਕਰਕੇ ਆਨੰਦ ਪਏ ਮਾਣਦੇ ਨੇ। ਸਤਿਗੁਰੂ ਜੀ ਕਿਸੇ ਨੂੰ ਕੋਈ ਖਾਲੀ ਝੋਲੀ ਨਹੀਂ ਜਾਣ ਦਿੰਦੇ। ਜਿੱਦਾਂ ਦੀ ਜਿਹਦੀ ਭਾਵਨਾ ਉਦਾਂ ਦੀ ਉਹਦੇ ਹਿਰਦੇ ਵਿੱਚ, ਉਹਦੇ ਮੁਤਾਬਕ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰ ਦਿੰਦੇ ਨੇ, ਬਖਸ਼ ਦਿੰਦੇ ਨੇ। ਤੇ ਸਤਿਗੁਰ ਦੇ ਸਿੱਖ ਕਈ ਇਦਾਂ ਦੇ ਆ, ਆਉਂਦੇ ਤੇ ਸਤਿਗੁਰ ਦੇ ਸਨਮੁਖ ਐ ਨਿਰਾਸ਼ ਹੋ ਕੇ ਆਉਂਦੇ ਨੇ, ਚਿਹਰਾ ਮੁਰਝਾਇਆ, ਦੁੱਖਾਂ ਨੇ ਘੇਰਿਆ ਹੋਇਆ ਸਰੀਰ ਨੂੰ, ਹਿਰਦੇ ਵਿੱਚ ਕਿਸੇ ਪ੍ਰਕਾਰ ਕੋਈ ਪ੍ਰਾਪਤੀ ਨਹੀਂ। ਸੰਸਾਰ ਦੇ ਵਿੱਚੋਂ ਇਹ ਕਹਿ ਲਈਏ ਕਿ ਉਹ ਮਨੁੱਖ ਟੁੱਟਿਆ, ਥੱਕਿਆ, ਹਾਰਿਆ, ਸੰਸਾਰ ਦੇ ਵਿੱਚੋਂ ਨਿਰਾਸ਼ ਹੋ ਕੇ ਗੁਰੂ ਸਤਿਗੁਰ ਦੇ ਸਨਮੁਖ ਜਦੋਂ ਪਹੁੰਚਦਾ ਨਾ, ਤੇ ਸਤਿਗੁਰ ਜੀ ਉਹ ਮਨੁੱਖ ਦੀ ਭਾਵਨਾ ਸੰਪੰਨ ਕਰਦੇ ਨੇ। ਤੇ ਇਦਾਂ ਦੇ ਮਨੁੱਖਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ ਜਦੋਂ ਸਤਿਗੁਰ ਜੀ ਉਸ ਮਨੁੱਖ ਦੇ ਉੱਤੇ ਬਖਸ਼ਿਸ਼ ਰਹਿਮਤ ਕਰਦੇ ਨੇ। ਤੇ ਉਹਨਾਂ ਨੇ ਸਤਿਗੁਰ ਤੋਂ ਇਹ ਬਖਸ਼ਿਸ਼ ਰਹਿਮਤ ਭਰ ਕੇ ਆਨੰਦ ਪ੍ਰਾਪਤ ਕੀਤਾ ਹੁੰਦਾ ਇਦਾਂ ਦਾ, ਜਿਸ ਆਨੰਦ ਦਾ ਰਸ ਕਦਾਚਿਤ ਕੋਈ ਖਤਮ ਨਹੀਂ ਹੋਣ ਵਾਲਾ, ਮੁੱਕਣ ਵਾਲਾ ਨਹੀਂ, ਘਾਟਾ ਪੈਣ ਵਾਲਾ ਨਹੀਂ, ਸਗੋਂ ਜਿਉਂ ਵਰਤਦੀ ਦਾ ਤਿਉਂ ਵਾਧੇ ਵਿੱਚ ਜਾਂਦਾ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੁੰਦੀ ਇਦਾਂ। ਇਹ ਕਰਤਾਰਪੁਰ ਦੀ ਧਰਤੀ ਤੇ ਆਨੰਦ ਬਣਨੇ ਸ਼ੁਰੂ ਹੋਏ। ਹੁਣ ਕਹਿੰਦੇ ਉਸ ਵੇਲੇ ਇਦਾਂ ਦਾ ਮਾਹੌਲ ਬਣਿਆ ਵਿਸਾਖ ਦੇ ਸੰਬੰਧ ਦੇ ਵਿੱਚ ਵੀ, ਵਿਸਾਖੀ ਦੇ ਸੰਬੰਧ ਵਿੱਚ ਵੀ ਇਹ ਖੁਸ਼ੀਆਂ ਪ੍ਰਾਪਤ ਹੋਣੀਆਂ ਸ਼ੁਰੂ ਹੋ ਗਈਆਂ। ਹੌਲੀ ਹੌਲੀ ਵਿਸਾਖੀ ਦਾ ਤਿਉਹਾਰ ਵੀ ਬਤੀਤ ਹੋਇਆ, ਲੰਘਣਾ ਕੀਤਾ ਏ। ਤੇ ਸਤਿਗੁਰੂ ਜੀ ਦੀ ਪਾਰ ਬਖਸ਼ਿਸ਼ ਹੋਈ। ਕਹਿੰਦੇ ਉਸ ਵਿਸਾਖੀ ਦੇ ਤਿਉਹਾਰ ਦੇ ਸੰਬੰਧ ਵਿੱਚ ਇੱਕ
ਸੌਦਾਗਰ ਆਇਆ ਸਤਿਗੁਰ ਦੇ ਸਨਮੁਖ, ਜਿਹਦਾ ਬਹੁਤ ਵੱਡਾ ਕਾਰੋਬਾਰ ਹੈ, ਬਹੁਤ ਵੱਡਾ ਮਹਾਨ ਕਾਰੋਬਾਰ ਹੈ। ਉਹ ਸਤਿਗੁਰੂ ਜੀ ਦੇ ਸਨਮੁਖ ਆਇਆ। ਉਹਨੇ ਸਤਿਗੁਰੂ ਜੀ ਦੇ ਵਾਸਤੇ ਬੇਸ਼ੁਮਾਰ ਕੀਮਤੀ ਭੇਟਾਂ ਲੈ ਕੇ ਆਉਣੀਆਂ ਕੀਤੀਆਂ, ਆ ਕੇ ਸਤਿਗੁਰੂ ਦੇ ਸਨਮੁਖ ਅਰਪਣ ਕੀਤੀਆਂ। ਤੇ ਸਤਿਗੁਰੂ ਜੀ ਦੇ ਸਨਮੁਖ ਅਰਪਣ ਕਰਕੇ ਉਸ ਵੇਲੇ ਚਰਨਾਂ ਦੇ ਵਿੱਚ ਬਿਰਾਜਮਾਨ ਹੋ ਗਿਆ, ਬਹਿ ਗਿਆ ਸਤਿਗੁਰੂ ਦੇ ਸਨਮੁਖ। ਸਤਿਗੁਰੂ ਜੀ ਬੜੇ ਖੁਸ਼ ਹੋਏ ਨੇ। ਪੁੱਛਿਆ ਸਤਿਗੁਰੂ ਜੀ ਨੇ, ਕਹਿਣ ਲੱਗੇ ਸਤਿਗੁਰੂ ਜੀ ਕਹਿੰਦੇ ਭਾਈ ਤੇਰਾ ਕਾਰੋਬਾਰ ਕੀ ਹੈ? ਉਹ ਕਹਿੰਦਾ ਜੀ ਮੈਂ ਸੌਦਾਗਰ ਹੈ। ਕਹਿੰਦਾ ਜੀ ਵਸਤੂਆਂ ਸਸਤੀਆਂ ਲੈ ਕੇ ਉਹਦੇ ਵਿੱਚੋਂ ਥੋੜਾ ਜਿਹਾ ਨਫਾ ਕੱਢ ਕੇ ਅੱਗੇ ਵੇਚ ਦਈਦੀਆਂ ਨੇ। ਤੇ ਸਤਿਗੁਰੂ ਜੀ ਬੜੇ ਖੁਸ਼ ਹੋਏ, ਕਹਿੰਦੇ ਏਡੀਆਂ ਵੱਡੀ ਕੀਮਤੀ ਬੇਸ਼ੁਮਾਰ ਭੇਟਾਵਾਂ ਲੈ ਕੇ ਆਇਆ, ਬਹੁਤ ਵਧੀਆ ਸ਼ਾਸਤਰ ਵਸਤਰ ਲੈ ਕੇ ਆਂਦੇ। ਇਹ ਕਹਿ ਲੋ ਕਿ ਜੋ ਸਤਿਗੁਰੂ ਜੀ ਨੂੰ ਪਿਆਰਾ ਹੈ, ਜੰਗ ਜੁੱਧ ਦਾ ਸਮਾਨ, ਉਹ ਸਾਰਾ ਕੁਝ ਲੈ ਕੇ ਆਇਆ। ਸਤਿਗੁਰੂ ਜੀ ਨੇ ਪੁੱਛਿਆ, ਕਹਿੰਦੇ ਵੀ ਕਾਰੋਬਾਰ ਚੰਗਾ ਹੋਣਾ ਤੇਰਾ, ਚੰਗਾ ਕੋਈ ਰੁਤਬਾ ਹੋ। ਵੈਸੇ ਸਤਿਗੁਰੂ ਜੀ ਜਾਣਦੇ ਨੇ, ਪਰ ਫਿਰ ਵੀ ਮਨੁੱਖ ਦੇ ਮੁਖ ਤੋਂ ਪੁੱਛਣਾ ਚਾਹੁੰਦੇ ਨੇ। ਕਹਿਣ ਲੱਗਾ ਸਤਿਗੁਰੂ ਜੀ ਕਾਰੋਬਾਰ ਤੇ ਬਸ ਇੰਨਾ ਕੀ ਹੈ, ਵਸਤੂ ਸਸਤੀ ਲਈਦੀ ਮਹਿੰਗੀ ਵੇਚ ਦਈਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਫਿਰ ਆ ਕੀਮਤੀ ਮਹਿੰਗੀਆਂ ਭੇਟਾਵਾਂ ਬਹੁਤ ਮਹਿੰਗੀਆਂ ਨੇ ਲੈ ਕੇ ਆਏ, ਤੇ ਕੋਈ ਰਾਜੇ ਮਹਾਰਾਜੇ ਕਰ ਸਕਦੇ ਆ। ਉਹ ਕਹਿਣ ਲੱਗਾ ਸਤਿਗੁਰੂ ਜੀ ਜਿਸ ਵੇਲੇ ਮੈਂ ਕੋਈ ਵੀ ਕਾਰਜ ਕਰਨਾ ਤੇ ਉਹਦੇ ਵਿੱਚੋਂ ਜਿੰਨਾ ਕੁ ਮੈਨੂੰ ਨਫਾ ਹੁੰਦਾ 10ਵਾਂ ਹਿੱਸਾ ਦਸਵੰਧ ਗੁਰੂ ਘਰ ਦੇ ਲੰਗਰਾਂ ਵਾਸਤੇ ਮੈਂ ਕੱਢਣਾ। ਉਹ ਕਾਫੀ ਲੰਮਾ ਸਮਾਂ ਹੋ ਗਿਆ, ਕਹਿੰਦੇ ਮੈਨੂੰ ਦਸਵੰਧ ਕੱਢਦੇ ਨੂੰ ਜੇਕਰ 10ਵਾਂ ਹਿੱਸਾ ਕੱਢਦਾ, ਭਾਵ ਕਹਿਣ ਦਾ ਜੇਕਰ ਮੈਨੂੰ 100 ਰੁਪਏ ਦੀ ਪ੍ਰਾਪਤੀ ਹੁੰਦੀ ਹੈ ਤੇ 100 ਰੁਪਏ ਦੇ ਵਿੱਚੋਂ 10 ਰੁਪਏ ਕੱਢ ਦਈਦੇ ਆ। ਇਹ 10ਵਾਂ ਹਿੱਸਾ ਕੱਢ ਕੇ ਇੱਕ ਪਾਸੇ ਰੱਖ ਦਈਦੇ ਆ। ਤੇ ਹੌਲੀ ਹੌਲੀ ਜਿਵੇਂ ਜਿਵੇਂ ਇਦਾਂ ਰੱਖਦਾ ਗਿਆ, ਸਮਾਂ ਬਤੀਤ ਹੁੰਦਾ ਗਿਆ, ਉਹ ਜਿਹੜਾ ਦਸਵੰਧ ਸੀ ਹੌਲੀ ਹੌਲੀ ਇਕੱਤਰ ਹੁੰਦਾ ਗਿਆ ਤੇ ਵੱਡੀ ਰਕਮ ਦੇ ਵਿੱਚ ਤਬਦੀਲ ਹੋ ਗਿਆ। ਜਿਵੇਂ ਉਹ ਵੱਡੀ ਰਕਮ ਦੇ ਵਿੱਚ ਤਬਦੀਲ ਹੋਇਆ, ਮੇਰੇ ਮਨ ਦੇ ਵਿੱਚ ਭਾਵਨਾ ਸੀ ਕਿ ਇਹ ਹੁਣ ਗੁਰੂ ਨਾਨਕ ਦੇ ਦਰਕਾਰ ਦਾ ਦਸਵੰਧ ਹੈ ਤੇ ਗੁਰੂ ਨਾਨਕ ਦੇ ਦਰਕਾਰ ਦੇ ਵਿੱਚ ਹੀ ਖਰਚਾਂਗਾ। ਤੇ ਮਨ ਵਿੱਚ ਵਿਚਾਰ ਆਈ ਕੀ ਲੈ ਕੇ ਜਾਵਾਂ। ਕਹਿੰਦੇ ਮੈਂ ਸੋਚਦਾ ਰਿਹਾ। ਜਦੋਂ ਸੋਚ ਵਿਚਾਰ ਕੀਤੀ, ਲੰਮਾ ਸਮਾਂ ਬਤੀਤ ਹੋਇਆ ਤੇ ਮਨ ਵਿੱਚ ਇਹ ਵਿਚਾਰ ਜਾਗੀ ਕਿ ਸਤਿਗੁਰੂ ਜੀ ਨੂੰ ਸ਼ਾਸਤਰ ਵਸਤਰ ਬਹੁਤ ਵਧੀਆ ਚੰਗੇ ਲੱਗਦੇ ਆ। ਸਤਿਗੁਰੂ ਨੇ ਹੁਕਮ ਵੀ ਕੀਤਾ ਕਿ ਭਾਈ ਸਿੱਖੋ, ਜਿਨ੍ਹਾਂ ਨੇ ਗੁਰੂ ਨਾਨਕ ਦੀ ਪ੍ਰਸੰਨਤਾ ਪ੍ਰਾਪਤ ਕਰਨੀ, ਉਹ ਸ਼ਾਸਤਰ ਵਸਤਰ ਜੰਗਾਂ ਜੁੱਧਾਂ ਦੇ ਵਿੱਚ ਜੋ ਲੋੜੀਂਦਾ ਸਮਾਨ ਹੈ ਉਹ ਲੈ ਕੇ ਆਉਣਾ ਕਰੋ। ਤੇ ਮੇਰੇ ਮਨ ਵਿੱਚ ਇਹ ਪਿਆਰ ਜਾਗਿਆ, ਭਾਵਨਾ ਜਾਗੀ, ਮੈਂ ਵੀ ਸਤਿਗੁਰੂ ਜੀ ਦੇ ਵਾਸਤੇ ਚੰਗੇ ਸ਼ਾਸਤਰ ਵਸਤਰ ਸੋਹਣੇ ਵਧੀਆ ਲੈ ਕੇ ਜਾਵਾਂ। ਕਹਿੰਦੇ ਹੁਣ ਉਸੇ ਮਾਇਆ ਦਾ ਸਭ ਕੁਝ ਖਰੀਦਿਆ, ਬਹੁਤੀ ਮਾਇਆ ਕਤਰ ਹੋ ਗਈ ਸੀ। ਤੇ ਸਤਿਗੁਰੂ ਜੀ ਹੁਣ ਕਬੂਲ ਕਰੋ। ਤੇ ਹੁਣ ਸਾਰੀ ਸੰਗਤ ਇਦਾਂ ਸੁਣਦੀ ਪਈ ਹੈ ਕਿ ਇਦਾਂ ਸਤਿਗੁਰੂ ਦੇ ਦਸਵੰਧ ਕੱਢੇ ਜਾਂਦੇ ਨੇ, ਇਦਾਂ ਸਤਿਗੁਰੂ ਜੀ ਦੀ ਪ੍ਰਸੰਨਤਾ ਪ੍ਰਾਪਤ ਹੁੰਦੀ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ 10ਮ ਪਾਤਸ਼ਾਹ ਸਤਿਗੁਰੂ ਜੀ ਨੇ ਕਹਿੰਦੇ ਉਸ ਵੇਲੇ ਹਜੂਰ ਸਾਹਿਬ ਦੀ ਧਰਤੀ ਤੇ ਨੰਦੇੜ ਸਾਹਿਬ ਵਿਖੇ 52 ਹੁਕਮ ਕੀਤੇ ਸਨ। ਉਹਨਾਂ 52 ਹੁਕਮਾਂ ਦੇ ਵਿੱਚੋਂ ਇਹ ਵੀ ਇੱਕ ਹੁਕਮ ਹੈ ਸਿੱਖਾਂ ਨੂੰ ਕਿ ਸਿੱਖੋ, 10ਵਾਂ ਦਸਵੰਧ ਗੁਰੂ ਨਾਨਕ ਦੇ ਦਰਕਾਰ ਦੇ ਵਿੱਚ ਕੱਢਦੇ ਰਹੋ। 10ਵੇਂ ਦਸਵੰਧ ਦੀ ਜਿਹੜੀ ਪ੍ਰਾਪਤੀ ਕਰਦੇ ਰਹੋ ਤੇ ਸਤਿਗੁਰ ਦੇ ਦਰਕਾਰ ਦੇ ਵਿੱਚ ਜੇਕਰ 10ਵਾਂ ਦਸਵੰਧ ਕੱਢਾਂਗੇ ਤੇ ਕਮਾਈਆਂ ਵਿੱਚ ਵਾਧੇ ਵੀ ਪੈਂਦੇ ਆ, ਕਿਸੇ ਪ੍ਰਕਾਰ ਕੋਈ ਹਾਨੀ ਵੀ ਨਹੀਂ ਹੁੰਦੀ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਵਰਤਦੀ ਰਹਿੰਦੀ ਹੈ। ਹੁਣ ਜਿਹੜਾ ਤੇ ਗੁਰਸਿੱਖ 10ਵਾਂ ਦਸਵੰਧ ਇਦਾਂ ਸਤਿਗੁਰ ਦੇ ਦਰਕਾਰ ਦੇ ਵਿੱਚ ਕੱਢਦਾ ਰਵੇ, ਉਹਦੇ ਦਿਦੇ ਭਾਵਨਾ ਬਣੀ ਰਹਿੰਦੀ ਹੈ, ਸ਼ਰਧਾ ਬਣੀ ਰਹਿੰਦੀ। ਤੇ ਜਿਹੜਾ ਮਨੁੱਖ ਦਸਵੰਧ ਨਾ ਕੱਢੇ, ਆਪਣੇ ਸਿੱਖ ਹੋਣ ਦਾ ਫਰਜ਼ ਅਦਾ ਨਾ ਕਰੇ, ਤੇ ਸਤਿਗੁਰੂ ਜੀ ਉਹ ਤੋਂ ਫਿਰ ਕਹਿੰਦੇ 10ਵਾਂ ਦਸਵੰਧ ਧੱਕੇ ਨਾਲ ਵੀ ਲੈਂਦੇ ਆ। ਕਿਵੇਂ? 4 ਰਸਤੇ ਹੁੰਦੇ ਨੇ। ਮੈਂ ਪਹਿਲਾਂ ਵੀ ਇੱਕ ਦਿਨ
ਇਹ ਵਿਚਾਰ ਕੀਤੀ ਸੀ, ਦੁਬਾਰਾ ਫੇਰ ਰਿਪੀਟ ਕਰਦੇ ਮਾਂ। ਕਹਿੰਦੇ 4 ਰਸਤੇ ਹੁੰਦੇ ਨੇ ਦਸਵੰਧ ਕਢਵਾਉਣ ਦੇ ਸਤਿਗੁਰ ਜੀ ਵੱਲੋਂ। ਫਿਰ ਉਹ ਕਿਹੜੇ ਨੇ? ਧਿਆਨ ਦੇਣਾ। ਪਹਿਲੇ ਤੇ ਹੁੰਦਾ ਘਰ ਦੇ ਵਿੱਚ ਚੋਰੀ ਹੋ ਜਾਣਾ, ਲੱਖਾਂ ਦਾ ਸਮਾਨ ਚੋਰੀ ਹੋ ਜਾਂਦਾ। ਦੂਜਾ ਰਸਤਾ ਏ ਸਤਿਗੁਰ ਜੀ ਕਹਿੰਦੇ ਘਰ ਦੇ ਵਿੱਚ ਅੱਗ ਲੱਗ ਗਈ, ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਤੀਜਾ ਰਸਤਾ ਏ ਸਰਕਾਰੀ ਦਰਬਾਰੇ ਝੂਠਾ ਕੇਸ ਪੈ ਗਿਆ, ਲੱਖਾਂ ਰੁਪਏ ਲੱਗ ਗਏ। ਸਤਿਗੁਰੂ ਜੀ ਕਹਿੰਦੇ ਤੀਜੇ ਰਸਤੇ ਰਾਹੀਂ ਇਦਾਂ ਦਸਵੰਧ ਕਢਾਉਂਦੇ। ਪੰਜਵਾਂ ਰਸਤਾ ਏ ਵਾਹਿਗੁਰੂ। ਚੌਥਾ ਰਸਤਾ ਏ ਕਹਿੰਦੇ ਕਿਸੇ ਪ੍ਰਕਾਰ ਕੋਈ ਸਰੀਰ ਨੂੰ ਉਦਾਂ ਦੀ ਬਿਮਾਰੀ ਲੱਗ ਗਈ, ਡਾਕਟਰੀਆਂ ਰਾਹੀਂ ਰਸਤੇ ਵਿੱਚ ਇਦਾਂ ਕਹਿੰਦੇ ਮਾਇਆ ਖਰਚ ਹੋ ਜਾਂਦੀ, ਲੱਖਾਂ ਰੁਪਏ ਖਰਚ ਹੋ ਜਾਂਦੇ। 4 ਰਸਤੇ ਨੇ ਦਸਵੰਧ ਕਢਾਉਣ ਦੇ। ਸਤਿਗੁਰੂ ਜੀ ਫਿਰ ਧੱਕੇ ਨਾਲ ਆਪਣੇ ਸਿੱਖ ਤੋਂ 4 ਰਸਤਿਆਂ ਰਾਹੀਂ ਇਹ ਦਸਵੰਧ ਕਢਵਾਉਂਦੇ ਨੇ, ਦਸਵੰਧ ਲੈਂਦੇ ਨੇ। ਜੇ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਦਸਵੰਧ ਕੱਢਦੇ ਰਹੀਏ, ਸਖਤ ਗੁਰ ਦੇ ਸਿੱਖ ਹੋਣ ਦਾ ਫਰਜ਼ ਅਦਾ ਕਰਦੇ ਰਹੀਏ, ਪ੍ਰਾਪਤੀ ਕਰਦੇ ਰਹੀਏ ਤੇ ਆਨੰਦ ਬਣਿਆ ਰਹਿੰਦਾ। ਨਹੀਂ ਤੇ ਸਤਿਗੁਰੂ ਜੀ ਫਿਰ 4 ਰਸਤਿਆਂ ਰਾਹੀਂ ਦਸਵੰਧ ਕਢਾਉਂਦੇ ਨੇ। ਪਹਿਲਾ ਰਸਤਾ ਚੋਰੀ ਦਾ, ਦੂਜਾ ਰਸਤਾ ਏ ਘਰ ਵਿੱਚ ਅੱਗ ਲੱਗ ਗਈ, ਤੀਜਾ ਰਸਤਾ ਏ ਸਤਿਗੁਰੂ ਜੀ ਕਹਿੰਦੇ ਨੇ ਕੋਈ ਸਰਕਾਰੀ ਦਰਬਾਰੇ ਝੂਠਾ ਕੇਸ ਪੈ ਗਿਆ। ਚੌਥਾ ਰਸਤਾ ਏ ਸਤਿਗੁਰੂ ਜੀ ਕਹਿੰਦੇ ਡਾਕਟਰੀ ਰਾਹੀਂ ਕੋਈ ਕਿਸੇ ਪ੍ਰਕਾਰ ਸਰੀਰ ਨੂੰ ਬਿਮਾਰੀ ਲੱਗ ਗਈ, ਲੱਖਾਂ ਰੁਪਇਆ ਖਰਚ ਹੋ ਜਾਂਦੇ ਨੇ। ਇਹ 4 ਰਸਤੇ ਨੇ ਫਿਰ ਦਸਵੰਧ ਕਢਵਾਉਣ ਦੇ। ਇਦਾਂ ਕਰਕੇ ਸਤਿਗੁਰੂ ਜੀ ਦਸਵੰਧ ਕਢਵਾ ਲੈਂਦੇ, ਲੈ ਲੈਂਦੇ ਫਿਰ ਆਪਣੇ ਆਪ ਆਪਣੇ ਸਿੱਖ ਤੋਂ। ਉਹ ਸਿੱਖ ਨੇ ਜਦੋਂ ਇਹ ਗੱਲ ਕਹੀ, ਸਾਰੀ ਸੰਗਤ ਵਿੱਚ ਪ੍ਰਚਲਿਤ ਹੋਈ ਤੇ ਸਾਰੇ ਸਿੱਖ ਸਤਿਗੁਰ ਦੇ ਚਰਨਾਂ ਦੇ ਵਿੱਚ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਆਪੋ ਆਪਣੀ ਭਾਵਨਾ ਸਹਿਤ ਸਤਿਗੁਰੂ ਜੀ ਨੂੰ ਧੰਨ ਧੰਨ ਕਹਿਣ ਲੱਗੇ ਨੇ। ਸਤਿਗੁਰ ਦੀ ਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਤਾਂ ਤੇ ਆਓ ਪਿਆਰੀ ਸੰਗਤ ਜੀਓ, ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ, ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਸਤਿਗੁਰੂ ਜੀ ਕਰਤਾਰਪੁਰ ਦੀ ਧਰਤੀ ਤੇ ਹੋਰ ਕੀ ਕੀ ਬਖਸ਼ਿਸ਼ਾਂ ਰਹਿਮਤਾਂ ਵਰਤਾ ਰਹੇ ਨੇ, ਕਿਵੇਂ ਕਿਵੇਂ ਸਤਿਗੁਰੂ ਜੀ ਕਰਕੇ ਉੱਥੇ ਸੰਗਤਾਂ ਦੇ ਉੱਤੇ ਇਹ ਬੇਅੰਤ ਬਖਸ਼ਿਸ਼ ਰਹਿਮਤ ਵਰਤਾਰੇ, ਕਿਵੇਂ ਸਤਿਗੁਰੂ ਜੀ ਕਰ ਰਹੇ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਪਿਆਰਿਓ, ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ 6 ਪੌੜੀਆਂ ਸ੍ਰੀ ਅਨੰਦ ਸਾਹਿਬ ਦੇ ਜਾਪ ਕਰਦੇ ਆਂ, ਉਪਰੰਤ ਅਰਦਾਸ ਜੁਦੜੀ ਵਿੱਚ ਸ਼ਾਮਲ ਹੋਈਏ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।